ਹਸਤ ਖੇਲਤ ਤੇਰੇ ਦੇਹੁਰੇ ਆਇਆ। ਇਸ ਦਾ ਅਗਲਾ ਵਿਅੰਗ ਧਿਆਨ ਨਾਲ ਸੁਣਨਾ ਜੀ। ਮੈਂ 1999 ਵਿੱਚ ਕੈਨੇਡਾ ਦੇ ਵੈਨਕੂਵਰ ਸ਼ਹਿਰ ਵਿੱਚ ਗੁਰੂ ਨਾਨਕ ਗੁਰਦੁਆਰਾ ਰੌਸ ਸਟਰੀਟ ਵਿਖੇ ਬਤੌਰ ਕਥਾਵਾਚਕ 6 ਮਹੀਨਿਆਂ ਵਾਸਤੇ ਜਾ ਪਹੁੰਚਿਆ। ਉਹਨਾਂ ਨੇ ਮੈਨੂੰ ਬੁਲਾ ਲਿਆ। ਇਸ ਗੁਰਦੁਆਰੇ ਦੇ ਕਈ ਪ੍ਰਬੰਧਕ ਭਾਈ ਰਣਜੀਤ ਸਿੰਘ, ਜੋ ਉਸ ਸਮੇਂ ਅਕਾਲ ਤਖਤ ਦਾ ਜਥੇਦਾਰ ਸੀ, ਇਹਨਾਂ ਨੂੰ ਪੰਥ ਵਿੱਚੋਂ ਛੇਕ ਦਿੱਤਾ ਸੀ। ਮਸਲਾ ਸਿਰਫ ਇੰਨਾ ਸੀ ਕਿ ਇਹਨਾਂ ਪ੍ਰਬੰਧਕਾਂ ਨੇ ਜ਼ਮੀਨ 'ਤੇ ਬੈਠ ਕੇ ਲੰਗਰ ਛਕਣ ਦੀ ਥਾਵੇਂ ਨਾਲ ਕੁਰਸੀਆਂ ਵੀ ਰੱਖੀਆਂ ਹੋਈਆਂ ਸਨ। ਇਹਨਾਂ ਨੇ ਜਥੇਦਾਰ ਦੇ ਆਖੇ ਤੋਂ ਕੁਰਸੀਆਂ ਨਾ ਚੁੱਕੀਆਂ ਤੇ ਆਲੇ ਦੁਆਲੇ ਦੇ ਹੋਰ ਗੁਰਦੁਆਰਿਆਂ ਵਾਲਿਆਂ ਨੇ ਇਹਨਾਂ ਦੀਆਂ ਸ਼ਿਕਾਇਤਾਂ ਕਰ ਦਿੱਤੀਆਂ। ਰਣਜੀਤ ਸਿੰਘ ਨੇ ਹੁਕਮਨਾਮਾ ਜਾਰੀ ਕਰ ਦਿੱਤਾ। ਜਥੇਦਾਰ ਦੀ ਕਰੋਪੀ ਤੋਂ ਡਰਦਾ ਕੋਈ ਕਥਾਵਾਚਕ ਜਾਂ ਕੀਰਤਨੀਆ ਇਸ ਗੁਰਦੁਆਰੇ ਵਿੱਚ ਜਾਂਦਾ ਹੀ ਨਹੀਂ ਸੀ, ਕਿਉਂਕਿ ਹੁਕਮਨਾਮੇ 'ਚ ਵੀ ਇਹ ਲਿਖ ਦਿੱਤਾ ਸੀ ਕਿ ਜਿਹੜਾ ਵੀ ਪ੍ਰਚਾਰਕ ਇਸ ਗੁਰਦੁਆਰੇ ਜਾਵੇਗਾ ਉਹਦੇ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ। ਮੇਰੀ ਸਿਧਾਂਤਕ ਕਠੋਰਤਾ ਕਾਰਨ ਮੈਨੂੰ ਕੋਈ ਗੁਰਦੁਆਰੇ ਵਿੱਚ ਬੁਲਾਉਂਦਾ ਨਹੀਂ ਸੀ। ਇਹਨਾਂ ਨੂੰ ਮੇਰੀ ਲੋੜ ਪੈ ਗਈ ਤੇ ਮੈਨੂੰ ਇਹਨਾਂ ਗੁਰਦੁਆਰੇ ਵਾਲਿਆਂ ਦੀ ਲੋੜ ਪੈ ਗਈ। ਮੈਂ ਪਟਿਆਲੇ ਤੋਂ ਹੀ ਇੱਕ ਢਾਡੀ ਜਥਾ ਤਿਆਰ ਕੀਤਾ, ਇੱਕ ਕੀਰਤਨੀ ਜਥਾ ਤਿਆਰ ਕੀਤਾ। ਫਿਰ ਕਈ ਵਾਰ ਅਸੀਂ ਇਸ ਗੁਰਦੁਆਰੇ ਵਿੱਚ ਆਉਂਦੇ ਜਾਂਦੇ ਰਹੇ ਤੇ ਸਾਨੂੰ ਬਾਹਰ ਜਾਣ ਦਾ ਰਾਹ ਖੁੱਲ੍ਹ ਗਿਆ ਤੇ ਉਹਨਾਂ ਨੂੰ ਕਥਾਵਾਚਕ ਢਾਡੀ ਅਤੇ ਰਾਗੀ ਮਿਲਣੇ ਸ਼ੁਰੂ ਹੋ ਗਏ। ਸੰਨ 1999 ਤੱਕ ਜਿੰਨੀਆਂ ਕਿਤਾਬਾਂ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਦੀਆਂ ਛਪੀਆਂ ਮਿਲਦੀਆਂ ਸਨ, ਮੈਂ ਉਹ ਸਾਰੀਆਂ ਪੜ੍ਹ ਲਈਆਂ। ਵੈਨਕੂਵਰ ਦੇ ਰੇਡੀਓ ਪੰਜਾਬ 'ਤੇ ਮੈਂ ਵੀ 15 ਕੁ ਮਿੰਟ ਇਹਨਾਂ ਦਾ ਪੱਖ ਸਪਸ਼ਟ ਕੀਤਾ। ਗੁਰਬਖਸ਼ ਸਿੰਘ ਨੇ ਰੇਡੀਓ 'ਤੇ ਪ੍ਰੋਗਰਾਮ ਮੇਰਾ ਸੁਣ ਲਿਆ ਸੀ, ਕਿਉਂਕਿ ਰੇਡੀਓ 'ਤੇ ਸਾਰੇ ਜਿਹੜੇ ਬੁਲਾਰੇ ਸੀ ਉਹ ਸਰਦਾਰ ਗੁਰਬਖਸ਼ ਸਿੰਘ ਦੇ ਵਿਰੁੱਧ ਬੋਲ ਰਹੇ ਸੀ। ਇਹਦੀਆਂ ਕਿਤਾਬਾਂ ਨੂੰ ਘਟੀਆ ਕਿਤਾਬਾਂ ਸਿੱਧ ਕਰਨ ਦਾ ਯਤਨ ਕਰ ਰਹੇ ਸੀ। ਮੈਂ ਵੀ ਗੁਰਬਖਸ਼ ਸਿੰਘ ਨੂੰ ਮਿਲਣਾ ਚਾਹੁੰਦਾ ਸਾਂ। ਗੁਰਬਖਸ਼ ਸਿੰਘ ਨੇ ਵੀ ਮੈਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ। ਭਾਈ ਜਸਵੀਰ ਸਿੰਘ ਅਤੇ ਹੋਰ 4-5 ਸਾਥੀਆਂ ਸਮੇਤ ਅਸੀਂ ਸਰੀ ਵਿਖੇ ਗੁਰਬਖਸ਼ ਸਿੰਘ ਦੇ ਘਰ ਜਾ ਫਤਿਹ ਬੁਲਾਈ। ਬੜੇ ਪਿਆਰ ਨਾਲ ਮਿਲੇ। ਗੁਰਮਤਿ ਦੇ ਅਨੇਕ ਵਿਸ਼ਿਆਂ ਬਾਰੇ ਖੁੱਲ੍ਹ ਕੇ ਚਰਚਾ ਹੋਈ। ਇਹਨਾਂ ਦੀ ਸੁਪਤਨੀ ਨੇ, ਜੋ ਸਾਡੀ ਮਾਂ ਦੀ ਉਮਰ ਦੇ ਸਨ, ਸਾਡੀ ਬਹੁਤ ਖਾਤਰਦਾਰੀ ਕੀਤੀ। ਸਰਦਾਰ ਜੀ ਨੇ ਮੈਨੂੰ ਆਪਣੀਆਂ ਕਿਤਾਬਾਂ ਦਾ ਸੈੱਟ ਦੇ ਕੇ ਖਾਸ ਤਾਕੀਦ ਕੀਤੀ ਕਿ ਜੋ ਗੱਲਾਂ ਕਿਤਾਬਾਂ ਵਿੱਚ ਤੁਹਾਨੂੰ ਗਲਤ ਨਜ਼ਰ ਆਉਂਦੀਆਂ ਨੇ, ਪੜ੍ਹ ਕੇ ਮੈਨੂੰ ਸੁਝਾਅ ਦਿਓ, ਮੈਂ ਉਹਨਾਂ ਦੀ ਸੋਧ ਕਰ ਲਵਾਂਗਾ। 4 ਘੰਟੇ ਬੜੇ ਹੀ ਪਿਆਰ ਭਰੇ ਮਾਹੌਲ ਵਿੱਚ ਗੱਲਬਾਤ ਵਿਚਾਰ ਚਰਚਾ ਹੋਈ। ਵਿਦਾ ਹੋਣ ਲੱਗੇ ਮੈਥੋਂ ਸਹਿਜ ਭਾ ਹੀ ਕਹਿ ਹੋ ਗਿਆ, ਲੋਕੀ ਕਹਿੰਦੇ ਨੇ ਸਰਦਾਰ ਗੁਰਬਖਸ਼ ਸਿੰਘ ਜੀ ਬਹੁਤ ਗੁੱਸੇ ਵਾਲੇ ਨੇ, ਪਰ ਆਹ ਤਾਂ ਕਮਾਲ ਹੋ ਗਈ। ਕਿੰਨੇ ਪਿਆਰ ਵਾਲੇ ਹਨ, ਕਿੰਨੀਆਂ ਵਧੀਆ ਗੱਲਾਂ ਕਰਦੇ ਨੇ। ਇਹਨਾਂ ਨੂੰ ਕੌਣ ਆਖੇਗਾ ਗੁੱਸੇ ਵਾਲੇ ਨੇ। ਮੇਰੇ ਇੰਨਾ ਕਹਿਣ ਦੀ ਦੇਰ ਸੀ ਕਿ ਸਰਦਾਰ ਗੁਰਬਖਸ਼ ਸਿੰਘ ਦਾ ਪਾਰਾ ਤਾਂ ਮਾਨੋ 7ਵੇਂ ਆਕਾਸ਼ 'ਤੇ ਚੜ੍ਹ ਗਿਆ। ਅਗਨ ਬਾਣ ਛੱਡਦਾ ਹੋਇਆ ਬੋਲਿਆ, ਆਹ ਹਰਾਮਜ਼ਾਦਾ ਹੈ ਜਿਹੜਾ ਤੈਨੂੰ ਨਾਲ ਲੈ ਕੇ ਆਇਆ। ਆਹ ਹੈ ਮੂਰਖ ਕਿਤੋਂ ਦਾ। ਆਹ ਐਸਾ ਤੈਸੀ ਗੰਦੀਆਂ ਗਾਲਾਂ ਕੱਢੀਆਂ ਜਿਨ੍ਹਾਂ ਨੇ ਮੇਰੀ ਮਿੱਟੀ ਪੁੱਟੀ ਹੈ। ਤੂੰ ਵੀ ਇਹਨਾਂ ਵਰਗਾ ਹੀ ਗੰਦਾ ਤੇ ਨੀਚ ਆਦਮੀ ਹੈ ਜਿਹੜਾ ਇਹਨਾਂ ਦੇ ਨਾਲ ਤੁਰਿਆ ਫਿਰਦਾ। ਜਾ ਦਫਾ ਹੋ ਜਾ ਇੱਥੋਂ, ਚਲੇ ਜਾਓ ਸਾਰੇ ਜਣੇ, ਹਰਾਮਜ਼ਾਦੇ ਕੁੱਤੇ ਕਿਤੋਂ ਦੇ ਆ ਗਏ। ਅਸੀਂ ਸਾਰੇ ਡੌਰ ਭਰ ਹੋਏ ਇੱਕ ਦੂਜੇ ਦੇ ਮੂੰਹ ਵੱਲ ਵੇਖਦੇ ਹੀ ਰਹਿ ਗਏ। ਨੀਵੀਆਂ ਪਾਈ ਵਾਪਸ ਆਪਣੇ ਟਿਕਾਣੇ 'ਤੇ ਆ ਗਏ। ਰਸਤੇ ਵਿੱਚ ਵੀ ਸਾਨੂੰ ਇੱਕ ਦੂਜੇ ਨੂੰ ਗੱਲ ਕਰਨ ਦੀ ਹਿੰਮਤ ਨਾ ਪਵੇ ਕਿ ਇੰਨਾ ਕੌੜਾ ਸੁਭਾਅ, ਇੰਨਾ ਕੁਰੱਖਤ ਕੀ ਹੋ ਗਿਆ। ਚੰਗੀਆਂ ਪਿਆਰ ਭਰੀਆਂ ਗੱਲਾਂ ਕਰਦੇ ਕਰਦੇ ਅਚਨਚੇਤੀ ਕਿਵੇਂ ਭੜਕ ਪਿਆ, ਸਾਨੂੰ ਕੁਝ ਵੀ ਨਾ ਆਉੜੇ। ਇਸ ਤੋਂ ਬਾਅਦ ਸੰਨ 2004 ਵਿੱਚ ਗੁਰਬਖਸ਼ ਸਿੰਘ ਪੰਜਾਬ ਆਇਆ ਤਾਂ 10 ਦਿਨ ਮੈਂ ਆਪਣੇ ਘਰ ਰੱਖ ਕੇ ਉਸ ਦੀ ਸੇਵਾ ਕੀਤੀ। ਪਿਛਲੀ ਹੋਈ ਬੀਤੀ ਦਾ ਜੋ ਕੈਨੇਡਾ ਵਿੱਚ ਵਾਪਰੀ ਸੀ, ਮੈਂ ਉਸ ਦਾ ਜ਼ਿਕਰ ਤੱਕ ਨਾ ਕੀਤਾ। ਘਰ ਵਿੱਚ ਹੀ ਲੋਕਾਂ ਦੇ ਵੱਡੇ ਵੱਡੇ ਇਕੱਠ ਕਰਕੇ ਗੁਰਬਖਸ਼ ਸਿੰਘ ਨਾਲ ਮਿਲਣ ਮਿਲਾਉਣ ਦਾ ਮੈਂ ਪ੍ਰਬੰਧ ਕੀਤਾ, ਜਿਸ 'ਤੇ ਕਾਫੀ ਖਰਚਾ ਵੀ ਆਉਂਦਾ ਸੀ। ਫਿਰ ਬਾਦਸ਼ਾਹਪੁਰ, ਜੋ ਘੱਗੇ ਦੇ ਨੇੜੇ ਪਿੰਡ ਹੈ, ਇੱਕ ਉੱਥੇ ਵੱਡਾ ਸਮਾਗਮ ਰੱਖਿਆ। ਉੱਥੇ ਲੈ ਕੇ ਗਏ। ਗੁਰੂ ਗ੍ਰੰਥ ਸਾਹਿਬ ਦਾ 400 ਸਾਲਾ ਪ੍ਰਕਾਸ਼ ਦਿਵਸ ਮਨਾਇਆ ਜਾ ਰਿਹਾ ਸੀ। ਉੱਥੇ ਗੁਰਬਖਸ਼ ਸਿੰਘ ਨੇ ਵੀ ਕਥਾ ਕੀਤੀ ਤੇ ਮੈਂ ਵੀ ਕੀਤੀ। ਗੁਰਬਖਸ਼ ਸਿੰਘ ਦਾ ਸਟੇਜ 'ਤੇ ਬੋਲਣ ਦਾ ਬਹੁਤਾ ਅਭਿਆਸ ਨਹੀਂ ਸੀ। ਕਮਰੇ ਵਿੱਚ ਆ ਕੇ ਜਿੱਥੇ ਉਸ ਦੀ ਸਰੋਤਿਆਂ ਨੇ ਤਾਰੀਫ ਕੀਤੀ,
ਉੱਥੇ ਮੇਰੀ ਕੁਝ ਵੱਧ ਹੀ ਤਾਰੀਫ ਕਰ ਦਿੱਤੀ। ਬਸ ਫਿਰ ਕੀ ਸੀ, ਉੱਥੋਂ ਹੀ ਗੁਰਬਖਸ਼ ਸਿੰਘ ਭੜਕ ਪਿਆ। ਭੱਦੇ ਸ਼ਬਦਾਂ ਦੀ ਮੇਰੇ ਤੇ ਬਛਾੜ ਕਰ ਦਿੱਤੀ। ਮੈਂ ਚੁੱਪਚਾਪ ਸਾਰਾ ਕੁਝ ਪੀ ਗਿਆ। ਸਾਡੇ ਘਰ ਤੋਂ ਜਿਸ ਦਿਨ ਉਸਨੇ ਵਿਦਾ ਹੋਣਾ ਸੀ, ਸਾਰੇ ਪਰਿਵਾਰ ਦੇ ਸਾਹਮਣੇ ਫਿਰ ਮੇਰੇ ਤੇ ਆਪਣੀ ਭੜਾਸ ਕੱਢਦਾ ਰਿਹਾ। ਜਦੋਂ ਮੈਂ ਕਿਹਾ ਕਿ ਘੱਟੋ ਘੱਟ ਸੇਵਾ ਕਰਨ ਦਾ, ਸਾਡੇ ਘਰ ਦੇ ਲੂਣ ਖਾਧੇ ਦਾ ਕੁਝ ਖਿਆਲ ਰੱਖਿਆ ਹੁੰਦਾ, ਫਿਰ ਦੁਬਾਰਾ ਮੇਰੇ ਤੇ ਗਾਲਾਂ ਦੀ ਬਛਾੜ ਕਰ ਦਿੱਤੀ। ਬੋਲਿਆ, ਤੂੰ ਐਵੇਂ ਖਾਤਰਦਾਰੀ ਨਹੀਂ ਕੀਤੀ ਮੇਰੇ ਕਾਰਨ ਤੂੰ ਮਸ਼ਹੂਰੀ ਖੱਟਣਾ ਚਾਹੁੰਦਾ ਹੈ, ਜਾਂ ਤੈਨੂੰ ਆਸ ਹੋਵੇਗੀ ਕਿ ਮੇਰਾ ਕੈਨੇਡਾ ਦਾ ਵੀਜ਼ਾ ਲਗਵਾ ਦੇਵੇਗਾ, ਇਸੇ ਕਰਕੇ ਤੂੰ ਮੇਰੀ ਸੇਵਾ ਕਰਦਾ, ਐਵੇਂ ਥੋੜਾ ਕਰਦਾ ਕੋਈ। ਇੰਨਾ ਕੁਝ ਸੁਣ ਕੇ ਵੀ ਮੈਂ ਉਸ ਨਾਲ ਨਹੀਂ ਉਲਝਿਆ, ਕਿਉਂਕਿ ਜੋ ਗੁਰਮਤਿ ਦੇ ਸਿਧਾਂਤਾਂ ਦੀ ਉਸਨੇ ਵਿਆਖਿਆ ਕੀਤੀ ਹੈ ਉਹ ਲਾਜਵਾਬ ਹੈ। ਮੈਂ ਉਸ ਕੋਲੋਂ ਗੁਰਮਤਿ ਬਾਰੇ ਬਹੁਤ ਕੁਝ ਸਿੱਖਿਆ ਹੈ। ਗੁਸੈਲ ਹੋਣਾ ਉਸ ਦੀ ਨਿੱਜੀ ਕਮਜ਼ੋਰੀ ਹੈ। ਆਪਾਂ ਸਾਰੇ ਹੀ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਕਮਜ਼ੋਰੀਆਂ ਤੋਂ ਰਹਿਤ ਸ਼ਾਇਦ ਦੁਨੀਆ ਵਿੱਚ ਕੋਈ ਵੀ ਨਾ ਹੋਵੇ। ਕਿਸੇ ਦੀਆਂ ਕਮੀਆਂ ਜ਼ਾਹਰ ਹੋ ਜਾਂਦੀਆਂ ਹਨ, ਕਿਸੇ ਦੀਆਂ ਤੇ ਪਰਦਾ ਪਿਆ ਰਹਿੰਦਾ ਹੈ। ਮੈਂ ਕੋਸ਼ਿਸ਼ ਇਹੀ ਕੀਤੀ ਹੈ ਕਿ ਸ਼ਹਿਦ ਦੀ ਪ੍ਰਾਪਤੀ ਵਾਸਤੇ ਮਧੂ ਮੱਖੀਆਂ ਦੇ ਡੰਗ ਖਾਣੇ ਹੀ ਪੈਣਗੇ। ਦੁੱਧ ਲੈਣ ਲਈ ਕਦੀ ਕਦਾਈ ਮੱਝਾਂ ਦੀਆਂ ਲੱਤਾਂ ਵੀ, ਚੋਟਾਂ ਵੀ ਝੱਲਣੀਆਂ ਪੈ ਸਕਦੀਆਂ ਨੇ। ਹੀਰਾ ਲੱਭਣ ਵਾਸਤੇ ਕਈ ਵਾਰੀ ਕੋਲਿਆਂ ਵਿੱਚ ਹੱਥ ਮੂੰਹ ਕਾਲਾ ਵੀ ਕਰਾਉਣਾ ਪੈ ਸਕਦਾ ਹੈ। ਜ਼ਿੰਦਗੀ ਵਿੱਚ ਬਹੁਤ ਸਾਰੇ ਉਤਰਾ ਚੜਾ ਮੈਨੂੰ ਬਰਦਾਸ਼ਤ ਕਰਨੇ ਪਏ ਹਨ। ਇਸ ਲਈ ਗੁਰਬਖਸ਼ ਸਿੰਘ ਦੀਆਂ ਕੌੜੀਆਂ ਕੁਸਾਲੀਆਂ ਨੂੰ ਹੋਊ ਪਰੇ ਆਖ ਕੇ ਮੈਂ ਟਾਲਦਾ ਰਿਹਾ ਹਾਂ। ਹੋਰ ਵੀ ਅਜਿਹੇ ਉਤਰਾ ਚੜਾ ਬਹੁਤ ਆਏ ਨੇ। ਜਿੱਥੋਂ ਕੋਈ ਸਿੱਖਣ ਨੂੰ ਮਿਲਿਆ ਉਹ ਆਪਣੇ ਹਿਰਦੇ 'ਚ ਵਸਾ ਲਿਆ, ਜਿਹੜਾ ਕੁਝ ਮੈਨੂੰ ਬੁਰਾ ਲੱਗਿਆ ਉਹਦਾ ਤਿਆਗ ਕਰ ਦਿੱਤਾ। ਇਸ ਤਰ੍ਹਾਂ ਸਦਾ ਹੀ ਚੰਗੇ ਮਾੜੇ ਦਿਨਾਂ ਨਾਲ, ਚੰਗੇ ਮਾੜੇ ਬੰਦਿਆਂ ਨਾਲ ਟਕਰਾਓ ਅਤੇ ਪਿਆਰ ਚੱਲਦਾ ਰਿਹਾ ਤੇ ਮੈਨੂੰ ਲੱਗਦਾ ਹੈ ਹਰੇਕ ਇਨਸਾਨ ਦੇ ਨਾਲ ਅਜਿਹਾ ਕੁਝ ਵਾਪਰਦਾ ਹੈ। ਪਰ ਆਪਾਂ ਕੋਸ਼ਿਸ਼ ਕਰਨੀ ਹੈ ਕਿ ਜੇ ਕਿਤੇ ਕੋਈ ਦੁੱਧ ਵਿੱਚ ਮੱਖੀ ਪੈ ਗਈ ਤਾਂ ਉਹ ਕੱਢ ਦੇਣੀ ਹੈ। ਜੇ ਕਿਤੇ ਦਾਲ ਦੇ ਵਿੱਚ ਕੋੜਕੂ ਆ ਗਿਆ ਉਹਨੂੰ ਕੱਢ ਦੇਣਾ, ਸਾਰੀ ਦਾਲ ਜਾਂ ਸਾਰਾ ਦੁੱਧ ਨਹੀਂ ਸੁੱਟ ਦੇਣਾ ਤੇ ਚੰਗੀਆਂ ਚੀਜ਼ਾਂ ਦੀ ਵਰਤੋਂ ਕਰਨੀ ਆਪਾਂ ਸਿੱਖਦੇ ਰਹਿਣਾ। ਆਖੋ ਸਤਨਾਮ।